ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਸੁਖਵੀਰ ਕੌਰ ਸੁੱਖ ਦੁਆਰਾ ਲਿਖੇ ਗਏ ਨਾਵਲ ਇੱਕ ਆਖਰੀ ਸਹਾਰਾ ਦਾ ਭਾਗ 12ਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੇਖਰ ਸੀਤਲ ਨੂੰ ਪਾਸ਼ੋ ਕੋਲ ਛੱਡ ਕੇ ਕੇਸ਼ਵਾਨੰਦ ਦੇ ਕੰਮਕਾਜੀ ਸਥਾਨ 'ਤੇ ਤੁਰ ਪੈਂਦਾ ਹੈ। ਉਸਨੇ ਯਕੀਨ 'ਤੇ ਦਵਾਇਆ ਪਾਸ਼ੋ ਨੂੰ, ਪਰ ਉੱਥੇ ਜਾ ਕੇ ਵੇਖਿਆ ਤਾਂ ਪਤਾ ਲੱਗਿਆ ਕਿ ਉਹ ਤੇ ਕਿੰਨੇ ਦਿਨ ਤੋਂ ਕੰਮ 'ਤੇ ਨਹੀਂ ਸੀ ਆਉਂਦਾ। ਛੁੱਟੀ ਲਈ ਹੋਈ ਸੀ, 2 ਦਿਨ ਪਹਿਲਾਂ ਪੈਸੇ ਲੈਣ ਵਾਸਤੇ ਆਇਆ ਸੀ ਤੇ ਲੈ ਕੇ ਚਲਾ ਗਿਆ ਸੀ। ਦੁਬਾਰਾ ਕਿਸੇ ਨੇ ਨਹੀਂ ਸੀ ਵੇਖਿਆ। ਜਿਵੇਂ ਹੀ ਸ਼ੇਖਰ ਨੂੰ ਪਤਾ ਲੱਗਿਆ, ਉਸਨੇ ਜਿਉਂ ਦੀ ਤਿਉਂ ਸਾਰੀ ਗੱਲ ਘਰ ਆ ਕੇ ਪਾਸ਼ੋ ਤੇ ਸ਼ੀਤਲ ਨੂੰ ਦੱਸ ਦਿੱਤੀ। ਪਰੇਸ਼ਾਨੀ ਹੋਰ ਜ਼ਿਆਦਾ ਇਸ ਗੱਲ ਤੋਂ ਵੱਧ ਗਈ ਕਿ ਉਹ 2 ਦਿਨ ਪਹਿਲਾਂ ਪੈਸੇ ਲੈ ਕੇ ਆਇਆ ਸੀ, ਪਰ ਪਾਸ਼ੋ ਨੂੰ ਦੱਸਿਆ ਤੱਕ ਨਹੀਂ ਸੀ। ਕੀ ਲੱਗਦਾ ਏ ਪਾਸ਼ੋ ਤੈਨੂੰ ਕਿੱਥੇ ਗਿਆ ਹੋਵੇਗਾ? ਨਹੀਂ ਪਤਾ, ਪਰ ਮੇਰਾ ਦਿਲ ਕਹਿੰਦਾ ਏ ਉਸ ਨਾਲ ਕੁਝ ਬੁਰਾ ਨਾ ਹੋ ਗਿਆ ਹੋਵੇ। ਨਹੀਂ, ਉਹ ਤੇ ਮੈਨੂੰ ਤੇ ਕਰਨ ਨੂੰ ਇੰਨਾ ਪਿਆਰ ਕਰਦਾ ਸੀ, ਉਹ ਸਾਨੂੰ ਇਕੱਲੇ ਛੱਡਣ ਬਾਰੇ ਸੋਚ ਵੀ ਨਹੀਂ ਸੀ ਸਕਦਾ। ਕੁਝ ਤੇ ਉਸ ਨਾਲ ਹੋਇਆ ਏ। ਹਮ ਕਹਿੰਦੇ ਹੋਏ ਸ਼ੀਤਲ ਤੇ ਸ਼ੇਖਰ ਨੇ ਪਾਸ਼ੋ ਨੂੰ ਸਮਝਾਇਆ ਤੇ ਆਪਣੇ ਨਾਲ ਜਾਣ ਲਈ ਕਿਹਾ, ਕਿਉਂਕਿ ਸਾਰੀ ਰਾਤ ਪਾਸ਼ੋ ਨੇ ਇਕੱਲੀ ਨੇ ਰੋਈ ਜਾਣਾ ਸੀ। ਪਰ ਉਸਨੇ ਇਹ ਗੱਲ ਕਹਿੰਦੇ ਹੋਏ ਮਨਾ ਕਰ ਦਿੱਤਾ ਕਿ ਜਿੰਦਰ ਰਾਤ ਨੂੰ ਆ ਜਾਵੇਗਾ ਤਾਂ ਘਰ ਕੋਈ ਨਹੀਂ ਦੇਖ ਕੇ ਪਰੇਸ਼ਾਨ ਹੋ ਜਾਵੇਗਾ। ਬੱਚੇ ਵੀ ਸ਼ੀਤਲ ਦੇ ਨਾਲ ਹੀ ਆਪਣੇ ਆਪਣੇ ਘਰਾਂ ਨੂੰ ਚੱਲ ਪਏ। ਇਹ ਤਾਂ ਪਾਸ਼ੋ ਦਾ ਵੀ ਭੁਲੇਖਾ ਹੀ ਸੀ ਕਿ ਅਜਿਹਾ ਹੋਵੇਗਾ। ਰਾਤ ਆਪਣੇ ਪੂਰੇ ਜੋਬਨ 'ਤੇ ਪਹੁੰਚ ਚੁੱਕੀ ਸੀ। ਪਾਸ਼ੋ ਦੀਆਂ ਅੱਖਾਂ ਵਿੱਚੋਂ ਨੀਂਦਰ ਕਿਤੇ ਦੂਰ ਚਲੀ ਗਈ ਸੀ। ਘਰ ਸਵੇਰ ਹੋਈ ਤੇ ਪੰਛੀਆਂ ਦਾ ਸ਼ੋਰ ਹੋਣਾ ਸ਼ੁਰੂ ਹੋਇਆ। ਪਤਾ ਹੀ ਨਹੀਂ ਸੀ ਲੱਗਾ ਕਿ ਅਚਾਨਕ ਬੂਹਾ ਖੜਕਦਾ ਹੈ ਤਾਂ ਪਾਸ਼ੋ ਭੱਜ ਕੇ ਦਰਵਾਜ਼ਾ ਖੋਲ੍ਹਣ ਆਉਂਦੀ ਆ। ਸ਼ੀਤਲ, ਤੂੰ? ਬੂਹਾ ਖੋਲ੍ਹ ਕੇ ਦੇਖਦੇ ਹੀ ਪਾਸ਼ੋ ਦੇ ਮੂੰਹੋਂ ਨਿਕਲਿਆ, ਹਾਂ ਮੈਂ ਤੇਰੇ ਕਰਨ ਵਾਸਤੇ ਨਾਸ਼ਤਾ ਬਣਾ ਕੇ ਲੈ ਕੇ ਆਈ ਹਾਂ। ਰਸੋਈ ਵਿੱਚ ਟਿਫਨ ਰੱਖਦੇ ਹੋਏ ਸ਼ੀਤਲ ਕਹਿੰਦੀ ਆ, ਪਤਾ ਨਹੀਂ ਜਿੰਦਰ ਕਿਵੇਂ ਹੋਵੇਗਾ, ਉਸਨੇ ਰੋਟੀ ਖਾਧੀ ਵੀ ਆ ਕਿ ਨਹੀਂ। ਪਾਸ਼ੋ, ਉਹ ਜਿੱਥੇ ਵੀ ਹੋਵੇਗਾ ਠੀਕ ਹੋਵੇਗਾ, ਤੂੰ ਚਿੰਤਾ ਨਾ ਕਰ, ਆ ਜਾਵੇਗਾ ਵਾਪਸ। ਵੈਸੇ ਵੀ ਤੁਸੀਂ ਦੋਵੇਂ ਹੀ ਤੇ ਹੋ ਇੱਕ ਦੂਜੇ ਦਾ ਸਹਾਰਾ। ਸ਼ੀਤਲ ਪਾਸ਼ੋ ਨੂੰ ਸਮਝਾਉਂਦੀ ਆ। ਕੋਲ ਸੋ ਰਿਹਾ ਕਰਨ ਵੀ ਉੱਠ ਜਾਂਦਾ ਹੈ ਤਾਂ ਸ਼ੀਤਲ ਫਿਰ ਪਾਸ਼ੋ ਨੂੰ ਯਾਦ ਦਿਵਾਉਂਦੀ ਆ ਕਿ ਉਸਨੇ ਆਪਣੀ ਮਾਂ ਨਾਲ ਕਰਨ ਦੇ ਬਾਰੇ 'ਚ ਗੱਲ ਕਰ ਲਈ ਹੈ, ਇਸ ਲਈ ਉਸਨੂੰ ਹੁਣ ਸਕੂਲ ਭੇਜਣਾ ਸ਼ੁਰੂ ਕਰ ਦੇ। ਪਰ ਮੇਰੇ ਕੋਲ ਤੇ ਐਡਮਿਸ਼ਨ ਦੀ ਇੱਕ ਧੇਲਾ ਵੀ ਨਹੀਂ ਆ। ਪਾਸ਼ੋ, ਉਹਦਾ ਵੀ ਇੰਤਜ਼ਾਮ ਹੋ ਜਾਏਗਾ, ਪਹਿਲਾਂ ਤੂੰ ਆਪਣੇ ਖਾਣ ਵਾਸਤੇ ਖਾਣਾ ਲੈ ਆ, ਮੈਂ ਅੱਜ ਤੇਰੇ ਨਾਲ ਹੀ ਖਾਵਾਂਗੀ। ਸ਼ੀਤਲ ਦੇ ਆਖੇ ਪਾਸ਼ੋ ਨਾਸ਼ਤਾ ਲੈ ਆਉਂਦੀ ਆ ਤੇ ਪਾਸ਼ੋ ਕਰਨ ਨੂੰ ਖਾਣਾ ਖਿਲਾਉਂਦੀ ਆ। ਤੂੰ ਕਿਹਾ ਸੀ ਮੈਨੂੰ ਕੰਮ ਦੇਖਣ ਵਾਸਤੇ, ਮੈਂ ਛੇਤੀ ਹੀ ਦੱਸਦੀ ਹਾਂ, ਹੁਣ ਤੇ ਤੈਨੂੰ ਬਹੁਤ ਜ਼ਰੂਰਤ ਹੈ ਕੰਮ ਦੀ। ਸ਼ੀਤਲ ਖਾਣਾ ਖਾਂਦੇ ਹੋਏ ਪਾਸ਼ੋ ਨੂੰ ਆਖਦੀ ਆ। ਕਰਨ ਹੁਣ ਸਕੂਲ ਜਾਣ ਲੱਗ ਪਿਆ ਸੀ, ਪਰ ਜਿੰਦਰ ਦਾ ਕੋਈ ਅਤਾ ਪਤਾ ਨਾ ਲੱਗਿਆ। ਪਾਸ਼ੋ ਥਾਣੇ ਵਿੱਚ ਡਰ ਦੀ ਰਿਪੋਰਟ ਨਹੀਂ ਸੀ ਕਰਵਾਉਣਾ ਚਾਹੁੰਦੀ, ਕਿਉਂਕਿ ਸ਼ੁਰੂ ਤੋਂ ਸਭ ਕੁਝ ਦੱਸਣਾ ਪੈਣਾ ਸੀ ਉਹ ਇੱਥੇ ਕਿਵੇਂ ਆਈ ਸੀ, ਸੋ ਉਸ ਦੇ ਲਈ ਇੰਤਜ਼ਾਰ ਕਰਨਾ ਹੀ ਜ਼ਰੂਰੀ ਬਣ ਗਿਆ। ਪਰ ਆਖਿਰ ਕੰਮ ਤੋਂ ਬਿਨਾਂ ਤੇ ਪੈਸੇ ਤੋਂ ਬਿਨਾਂ ਉਹ ਕਿੰਨਾ ਚਿਰ ਇੰਤਜ਼ਾਰ ਕਰਦੀ। ਅਖੀਰ ਜਦ ਤੱਕ 2 ਮਹੀਨੇ ਲੰਘੇ ਤਾਂ ਜਿਸ ਮਕਾਨ ਵਿੱਚ ਰਹਿੰਦੇ ਸੀ ਉਹਦਾ ਕਿਰਾਇਆ ਨਾ ਦੇਣ ਕਰਕੇ ਮਕਾਨ ਮਾਲਿਕ ਨੇ ਪਾਸ਼ੋ ਦਾ ਸਮਾਨ ਚੁਕਵਾ ਦਿੱਤਾ। ਹੁਣ ਪਾਸ਼ੋ ਕੋਲ ਨਾ ਤੇ ਘਰ ਸੀ, ਨਾ ਕੋਈ ਪੈਸਾ, ਨਾ ਹੀ ਖਾਣ ਵਾਸਤੇ ਰੋਟੀ। ਜਦ ਸ਼ੀਤਲ ਨੂੰ ਇਸ ਬਾਰੇ 'ਚ ਪਤਾ ਲੱਗਿਆ ਤਾਂ ਉਹ ਪਾਸ਼ੋ ਨੂੰ ਆਪਣੇ ਮਕਾਨ ਵਿੱਚ ਵਾਪਸ ਲੈ ਗਈ, ਜਿੱਥੇ ਜਿੰਦਰ ਦੇ ਨਾਲ ਪਾਸ਼ੋ ਪਹਿਲੀ ਵਾਰ ਪੰਜਾਬ ਤੋਂ ਆ ਕੇ ਰੁਕੀ ਸੀ। ਜਿੰਦਰ ਦੇ ਜਾਣ ਤੋਂ ਬਾਅਦ ਪਾਸ਼ੋ ਦੇ ਦਿਲ ਦਾ ਵਿਹੜਾ ਤਾਂ ਸੁੰਨਾ ਹੋਇਆ ਹੀ ਸੀ, ਹੁਣ ਘਰ ਤੋਂ ਵੀ ਬਾਹਰ ਸੀ। ਕਿੰਨੇ ਦਿਨ ਕਿਸੇ 'ਤੇ ਬੋਝ ਪਾਉਂਦੀ ਪਾਸ਼ੋ। ਉਸਨੇ ਸ਼ੀਤਲ ਨੂੰ ਕੰਮ ਬਾਰੇ ਆਖਿਆ ਹੀ ਹੋਇਆ ਸੀ, ਜੋ ਅਜੇ ਤੱਕ ਨਹੀਂ ਸੀ ਮਿਲਿਆ। ਉਸ ਦੇ ਉਲਟ ਹੁਣ ਪੈਸੇ ਤੇ ਖਾਣ ਯੋਗ ਦਾ ਖਰਚਾ ਵੀ ਸ਼ੀਤਲ ਦੇ ਘਰ ਤੋਂ ਚੱਲਦਾ ਸੀ। ਭਾਵੇਂ ਸ਼ੇਖਰ ਤੇ ਸ਼ੀਤਲ ਨੇ ਕਦੇ ਕੁਝ ਨਹੀਂ ਸੀ ਆਖਿਆ, ਪਰ ਪਾਸ਼ੋ ਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ। ਸਾਰਾ ਦਿਨ ਆਪਣੇ ਉਸ ਛੋਟੇ ਜਿਹੇ ਕਮਰੇ ਦੇ ਵਿੱਚ ਬੈਠੇ ਬੀਤੀ ਦੀਆਂ ਯਾਦਾਂ ਵਿੱਚ ਖੋਈ ਰਹਿੰਦੀ ਸੀ। ਅਕਸਰ ਉਸਨੂੰ ਸ਼ੇਖਰ ਦੀ ਆਵਾਜ਼ ਤੋਂ ਜਿੰਦਰ ਦਾ ਭੁਲੇਖਾ ਪੈਣਾ ਤਾਂ ਉਸਨੇ ਭੱਜੀ ਨੇ ਬਾਹਰ ਆਉਣਾ, ਪਰ ਉਸਦੇ ਸਾਹਮਣੇ ਉਹੀ ਸੁੰਨਾਪਨ ਫਿਰ ਖੜਾ ਹੋ ਜਾਂਦਾ। ਸ਼ੀਤਲ ਉਸਦੀ ਹਾਲਤ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਸੀ। ਉਹ ਜਾਣਦੀ ਸੀ ਜੇਕਰ ਇਹੀ ਹਾਲ ਰਿਹਾ ਤਾਂ ਇੱਕ ਦਿਨ ਪਾਸ਼ੋ ਜਿੰਦਰ ਦੇ ਵਿਯੋਗ 'ਚ ਪਾਗਲ ਹੋ ਸਕਦੀ ਆ। ਸ਼ੀਤਲ ਨੇ ਕੰਮ ਦੇ ਬਾਰੇ ਬਹੁਤ ਜਗ੍ਹਾ ਪਤਾ ਕੀਤਾ, ਪਰ ਅਸਫਲ ਰਹੀ। ਆਪਣੇ ਕੰਮ 'ਤੇ ਵੀ ਸ਼ੀਤਲ ਚੁੱਪ ਬੈਠੀ ਸੀ ਤੇ ਵੀਰੇਨ ਚੰਦਰ ਨੇ ਉਸ ਤੋਂ ਪਰੇਸ਼ਾਨੀ ਦਾ ਕਾਰਨ ਪੁੱਛਿਆ। ਕਿਆ ਹੁਆ शीतल, आजकल तुम्हारा ध्यान कहीं और होता है, देखो तो ये वाला ਕਾਲਮ। ਮੈਗਜ਼ੀਨ ਦੀ ਛਪਾਈ ਤੋਂ ਪਹਿਲਾਂ ਜੋ ਕਹਾਣੀਆਂ ਜਾਂ ਕਿਸੇ ਦੀ ਇੰਟਰਵਿਊ ਛਪਣੀ ਸੀ, ਉਹਨਾਂ ਦੀਆਂ ਗਲਤੀਆਂ ਵੱਲ ਧਿਆਨ ਦਿਵਾਉਂਦੇ ਹੋਏ ਸ਼ੀਤਲ ਨੂੰ ਆਖਿਆ, वो दादा मैं ठीक नहीं हूँ, मुझे घर जाना है। वो तो ठीक है, पर पहले चाय तो पी लो, ठंडी हो रही है, मैंने अपने हाथों से बनाई है, फिर मत कहना कि अच्छी नहीं बनी। सौरभ, तुम भी पी लो अपनी चाय। शीतल गलतियां का सुधार कर दिया तो चाह की घुट भर दिया तो मुँह बना के बोल दिया, आपने क्यों बनाई चाय? आज भानु नहीं आया? भानु की बेटी की शादी है, वो उसमें व्यस्त है तो छुट्टी ली है उसने। अब वो जब तक नहीं आती है मेरे हाथों की चाय ही आदत डाल लो तुम सब लोग। शीतल के नाल होर काम करने वाले वीरेन चंद्र आखदा है, नहीं दादा, समझो अच्छी चाय का इंतजाम हो गया। शीतल खुश होंदे हुए कहती है, वो कैसे भला? वीरेन चंद्र,
सुबह बताती हूँ, अब 5 बजने वाले हैं, मैं जा रही हूँ और मुझे ये पेपर भी ले जाती हूँ। घर से सारियां गलतियाँ ठीक कर लूँगी। शीतल खुशी खुशी ऑफिस ਤੋਂ ਬਾਹਰ ਨਿਕਲਦੀ ਹੈ ਤੇ ਬਾਹਰ ਇੱਕ ਆ ਰਹੇ ਰਿਕਸ਼ੇ ਵਾਲੇ ਨੂੰ ਹੱਥ ਦਿੰਦੀ ਆ। ਅੱਜ ਸ਼ੀਤਲ ਆਪਣੀ ਮਾਂ ਵੱਲ ਨੂੰ ਨਹੀਂ ਸੀ ਗਈ, ਸਗੋਂ ਸਿੱਧਾ ਆਪਣੇ ਘਰ ਚਲੀ ਜਾਂਦੀ ਹੈ। ਸ਼ੀਤਲ ਦੇ ਘਰ ਪਹੁੰਚਦੇ ਹੀ ਪਾਸ਼ੋ ਵੀ ਆਪਣੇ ਬੇਟੇ ਕਰਨ ਨੂੰ ਲੈ ਕੇ ਵਾਪਸ ਆ ਜਾਂਦੀ ਆ, ਜੋ ਕਿ ਸ਼ੀਤਲ ਦੀ ਮਾਂ ਕਵਿਤਾ ਦੇ ਕੋਲ ਸਕੂਲ ਤੋਂ ਬਾਅਦ ਟਿਊਸ਼ਨ ਪੜ੍ਹਨ ਲਈ ਚਲਾ ਜਾਂਦਾ ਹੈ। ਪਾਸ਼ੋ ਦੇ ਅੰਦਰ ਆਉਂਦੇ ਹੀ ਸ਼ੀਤਲ ਉਸ ਨੂੰ ਕੁੱਟ ਕੇ ਜੱਫੀ 'ਚ ਲੈਂਦੀ ਆ ਤੇ ਖੁਸ਼ ਹੋ ਕੇ ਕਹਿੰਦੀ ਆ, ਪੁੱਛ ਤਾਂ ਅੱਜ ਮੈਂ ਇੰਨੀ ਖੁਸ਼ ਕਿਉਂ ਹਾਂ? ਜਿੰਦਰ ਦੀ ਕੋਈ ਖਬਰ ਮਿਲੀ ਆ? ਸ਼ੀਤਲ ਦੀ ਖੁਸ਼ੀ 'ਚ ਖੁਸ਼ ਹੁੰਦੇ ਪਾਸ਼ੋ ਆਖਦੀ ਆ, ਨਹੀਂ। ਪਾਸ਼ੋ ਦੇ ਮੂੰਹੋਂ ਜਿੰਦਰ ਦਾ ਨਾਂ ਸੁਣ ਕੇ ਸ਼ੀਤਲ ਇੱਕ ਵਾਰ ਤੇ ਠੰਡੀ ਪੈ ਜਾਂਦੀ ਆ ਤੇ ਯਾਦ ਕਰਦੀ ਹੈ ਕਿ ਪਾਸ਼ੋ ਦੀ ਸਭ ਤੋਂ ਵੱਡੀ ਜ਼ਰੂਰਤ ਉਸ ਦਾ ਆਪਣਾ ਜੀਵਨ ਸਾਥੀ ਹੈ, ਨਾ ਕਿ ਕੋਈ ਕੰਮ। ਫਿਰ ਕਿਸ ਗੱਲ ਦੀ ਇੰਨੀ ਖੁਸ਼ੀ ਮਨਾ ਰਹੀ ਹੈ? ਤੇਰੇ ਲਈ ਕੰਮ ਮਿਲ ਗਿਆ ਸੀ, ਉਸ ਦੀ ਖੁਸ਼ੀ ਸੀ ਮੈਨੂੰ। ਪਰ ਮੈਂ ਦੱਸਣ ਵੇਲੇ ਇਹ ਗੱਲ ਭੁੱਲ ਗਈ ਕਿ ਜਿੰਦਰ ਦੀ ਖਬਰ ਹੀ ਤੇਰੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ। ਮਾफ़ ਕਰੀ, ਮੈਂ ਇੰਨੀ ਖੁਸ਼ੀ 'ਚ ਤੈਨੂੰ ਇੰਨਾ ਸਭ ਦੱਸਿਆ। ਮਾफ़ੀ ਕਿਸ ਲਈ ਮੰਗ ਰਹੀ ਹੈ ਤੂੰ? ਉਸ ਦੇ ਲਈ ਜੋ ਮੈਨੂੰ ਇੱਥੇ ਇਕੱਲੀ ਨੂੰ ਛੱਡ ਗਿਆ। ਤੂੰ ਤੇ ਮੇਰਾ ਸਹਾਰਾ ਬਣੀ ਹੈ। ਸ਼ੀਤਲ ਨੂੰ ਜੱਫੀ 'ਚ ਲੈਂਦੇ ਹੋਏ ਪਾਸ਼ੋ ਆਖਦੀ ਆ, ਬਸ ਹੁਣ ਤੂੰ ਦਿਲ ਲਗਾ ਕੇ ਕੰਮ ਕਰੀ। ਅੱਜ ਤੇ ਮਹੀਨੇ ਕੁ ਲਈ ਕੰਮ ਕਰਨਾ ਏ, ਫਿਰ ਮੈਂ ਦੇਖ ਲਵਾਂਗੀ ਕਿਸੇ ਹੋਰ ਜਗ੍ਹਾ ਵੀ। ਸ਼ੀਤਲ ਪਾਸ਼ੋ ਨੂੰ ਕੰਮ ਦੇ ਬਾਰੇ 'ਚ ਸਮਝਾਉਂਦੀ ਆ, ਕਿਉਂਕਿ ਭਾਨੂੰ ਆਪਣੀ ਬੇਟੀ ਦੇ ਵਿਆਹ ਤੋਂ ਬਾਅਦ ਵਾਪਸ ਆ ਜਾਵੇਗੀ ਤਾਂ ਪਾਸ਼ੋ ਨੂੰ ਉੱਥੋਂ ਕੰਮ ਛੱਡਣਾ ਪੈਣਾ ਸੀ। ਪਰ ਪਾਸ਼ੋ ਫਿਰ ਵੀ ਖੁਸ਼ ਸੀ, ਕਿਉਂਕਿ ਜੇਕਰ ਕੋਈ ਕੰਮ ਕਰੇਗੀ ਤਾਂ ਉਸ ਦਾ ਆਪਣਾ ਮਨ ਲੱਗਿਆ ਰਹੇਗਾ ਤੇ ਜਿੰਦਰ ਦੀ ਵੀ ਯਾਦ ਨਹੀਂ ਆਵੇਗੀ। ਹੁਣ ਸਵੇਰੇ ਆਪਣਾ ਕੰਮ ਖਤਮ ਕਰਕੇ ਪਾਸ਼ੋ ਆਪਣੇ ਬੇਟੇ ਕਰਨ ਨੂੰ ਸਕੂਲ ਵਿੱਚ ਛੱਡ ਆਉਂਦੀ ਤੇ ਫਿਰ ਕੰਮ 'ਤੇ ਜਾਂਦੀ। ਵਾਪਸੀ 'ਤੇ ਆਉਂਦੇ ਹੋਏ ਸ਼ੀਤਲ ਦੀ ਮਾਂ ਦੇ ਘਰੋਂ ਕਰਨ ਨੂੰ ਲੈ ਆਉਂਦੀ। ਪਾਸ਼ੋ ਨੂੰ ਕੰਮ ਮਿਲਣ ਦੀ ਇੱਕ ਬਹੁਤ ਖੁਸ਼ੀ ਸੀ, ਭਾਵੇਂ ਛੋਟਾ ਹੀ ਸਹੀ, ਪਰ ਆਪਣੇ ਆਪ ਨੂੰ ਕੰਮ ਵਿੱਚ ਮਗਨ ਰੱਖਦੀ ਸੀ ਤੇ ਜਿੰਦਰ ਦੀਆਂ ਪੁਰਾਣੀਆਂ ਯਾਦਾਂ ਵਿੱਚੋਂ ਪਾਸ਼ੋ ਨੇ ਉੱਭਰਨਾ ਸ਼ੁਰੂ ਕਰ ਦਿੱਤਾ ਸੀ। ਵੀਰੇਨ ਚੰਦਰ ਵੀ ਉਸਦੇ ਕੰਮ ਤੋਂ ਬਹੁਤ ਖੁਸ਼ ਸੀ, ਖਾਸ ਤੌਰ 'ਤੇ ਪਾਸ਼ੋ ਦੇ ਹਸਮੁਖ ਸੁਭਾਅ ਤੋਂ। ਸ਼ੀਤਲ ਤੋਂ ਵੀਰੇਨ ਨੂੰ ਸਭ ਕੁਝ ਪਤਾ ਲੱਗ ਗਿਆ ਸੀ ਪਾਸ਼ੋ ਦੀ ਨਿੱਜੀ ਜ਼ਿੰਦਗੀ ਬਾਰੇ। ਸ਼ਾਇਦ ਇਸੇ ਲਈ ਵੀ ਵੀਰੇਨ ਚੰਦਰ ਨੂੰ ਪਾਸ਼ੋ 'ਚ ਜ਼ਿਆਦਾ ਦਿਲਚਸਪੀ ਹੋ ਗਈ ਸੀ। ਆਪਣੇ ਨਾਲ ਹੋਏ ਇਸ ਦੁਰਵਿਵਹਾਰ ਤੋਂ ਬਾਅਦ ਵੀ ਉਹ ਆਪਣੀ ਜ਼ਿੰਦਗੀ ਨੂੰ ਖੁਸ਼ੀ-ਖੁਸ਼ੀ ਜੀ ਰਹੀ ਸੀ। ਭਾਵੇਂ ਕਹਿੰਦੀ ਨਹੀਂ ਸੀ, ਪਰ ਦਿਲ ਦੇ ਕਿਸੇ ਕੋਨੇ ਤੋਂ ਅਜੇ ਵੀ ਜਿੰਦਰ ਨੂੰ ਯਾਦ ਕਰਦੀ ਸੀ ਤੇ ਅਰਦਾਸ ਵੀ ਕਰਦੀ ਸੀ ਵੀ ਉਹ ਜਿੱਥੇ ਵੀ ਹੋਵੇ ਸਹੀ ਸਲਾਮਤ ਹੋਵੇ। ਰੋਜ਼ ਉੱਥੇ ਮੈਗਜ਼ੀਨ ਦੇ ਲਈ ਆਉਂਦੀਆਂ ਖਬਰਾਂ ਤੇ ਕਹਾਣੀਆਂ ਨੂੰ ਵੀ ਸਮਾਂ ਮਿਲਣ 'ਤੇ ਪੜ੍ਹਦੀ ਸੀ, ਜਾਂ ਐਵੇਂ ਸੀ ਕਿ ਆਪਣੇ ਮਨ ਨੂੰ ਖੁਸ਼ ਕਰਨ ਦਾ ਰਾਹ ਉਹਨੇ ਪੜ੍ਹਨ 'ਚ ਲੱਭ ਲਿਆ ਸੀ। ਤਾਂ ਹੀ ਤਾਂ ਪੁਰਾਣੀਆਂ ਪਈਆਂ ਕਈ ਮੈਗਜ਼ੀਨਾਂ ਵਿੱਚੋਂ ਵੀ ਕਹਾਣੀਆਂ ਪੜ੍ਹਦੀ ਰਹਿੰਦੀ ਸੀ। ਕਿਸੇ ਦੀ ਜ਼ਿੰਦਗੀ ਦਾ ਸੱਚਾਈ ਹੁੰਦੀ ਸੀ, ਜਾਂ ਕਿਸੇ ਦਾ ਇੰਟਰਵਿਊ, ਜਾਂ ਫਿਰ ਸਮਾਜ 'ਚ ਫੈਲੀਆਂ ਹੋਈਆਂ ਬੁਰਾਈਆਂ ਬਾਰੇ ਪੂਰੇ ਦਿਲ ਨਾਲ ਪੜ੍ਹਦੀ। ਉਸੇ ਇਸ ਪੜ੍ਹਨ ਦੀ ਰੁਚੀ ਤੋਂ ਪ੍ਰਭਾਵਿਤ ਹੋ ਕੇ ਇੱਕ ਦਿਨ ਵੀਰੇਨ ਚੰਦਰ ਨੇ ਉਸਨੂੰ ਕਿਹਾ, तुम्हें पढ़ना पसंद है? जी दादा, बहुत। अरे दादा, मैं सिर्फ शीतल का हूँ, तुम मुझे वीरेन बुला सकती हो। वो क्यों दादा? शीतल के दादा मेरे भी तो दादा ही हुए। ਪਾਸ਼ੋ ਉਲਟਾ ਵੀਰੇਨ ਚੰਦਰ ਨੂੰ ਸਵਾਲ ਕਰਦੀ ਆ ਤਾਂ ਉਹ ਉਸਦੇ ਇਸ ਸਵਾਲ ਦਾ ਜਵਾਬ ਦੇਣ ਦੀ ਬਜਾਏ ਗੱਲ ਨੂੰ ਟਾਲ ਦਿੰਦਾ ਹੈ ਤੇ ਕਹਿੰਦਾ ਹੈ, ये सब छोड़ो, तुम बताओ कहाँ तक पढ़ाई की है? मैंने 11 तक। आगे की पढ़ाई क्यों नहीं की? ਵੀਰੇਨ ਦੀ ਇਹ ਗੱਲ ਸੁਣ ਕੇ ਪਾਸ਼ੋ ਚੁੱਪ ਕਰ ਜਾਂਦੀ ਹੈ ਤੇ ਵੀਰੇਨ ਚੰਦਰ ਵੀ ਉਸਦੀ ਚੁੱਪ ਨੂੰ ਬੁੱਝ ਲੈਂਦਾ ਹੈ। मैं सोच रहा था आपने मैगजीन में एक सच्ची लव स्टोरी लिखते हैं। सौरभ, तुम्हें कैसा लगा मेरा प्लान? वीरेन चंद्र, अच्छा है दादा, पर आजकल कहाँ कोई करता है सच्चा लव। सौरभ, वही जो मैंने देखा तुमने नहीं देखा, यही फ़र्क होता है एक अच्छे और सच्चे लेखक में। वीरेन चंद्र, आजकल आप भी तो बहुत पहेलियाँ सुनाने लगे हो। सौरभ हंसते हुए कहता है। जब तक पाशो सब दे लई चाह बना के ले आउंदी है ते शीतल भी अपने कॉलेज तो वापस आके सब नूं मिलदी है। ਕਿਵੇਂ ਰਿਹਾ ਤੇਰਾ ਦਿਨ ਪਾਸ਼ੋ? ਸ਼ੀਤਲ ਪਾਸ਼ੋ ਨੂੰ ਗਲੇ ਮਿਲਦੀ ਹੋਈ ਕਹਿੰਦੀ ਅਤੇ ਸਭ ਦੇਖ ਰਹੇ ਵੀਰੇਨ ਨੇ ਦੋਨਾਂ ਨੂੰ ਕਿਹਾ, मैं एक सच लव स्टोरी शुरू करने वाला हूँ। ओह, दैट्स ग्रेट न्यूज़ दादा। कौन सा राइटर मिल गया आपको? जो तुम्हारे बगल में खड़ी है वही लिखेगी अपनी प्रेम कहानी। ਵੀਰੇਨ ਦੀ ਗੱਲ ਸੁਣ ਕੇ ਸ਼ੀਤਲ ਤੇ ਪਾਸ਼ੋ ਦੋਵੇਂ ਚੁੱਪ ਜਿਹੀਆਂ ਹੋ ਜਾਂਦੀਆਂ ਹਨ। ਪਾਸ਼ੋ ਆਪਣਾ ਚਾਹ ਦਾ ਕੱਪ ਲੈ ਕੇ ਅੰਦਰ ਵਾਲੇ ਛੋਟੇ ਜਿਹੇ ਕਮਰੇ ਚਲੀ ਜਾਂਦੀ ਆ, ਜਿੱਥੇ ਚਾਹ ਦੇ ਕੋਈ ਛੋਟਾ ਮੋਟਾ ਖਾਣ ਦਾ ਸਮਾਨ ਬਣਾਉਣ ਦੇ ਲਈ ਪੂਰਾ ਇੰਤਜ਼ਾਮ ਕੀਤਾ ਹੋਇਆ ਸੀ। ਉਸ ਦੇ ਜਾਣ ਤੋਂ ਬਾਅਦ ਵੀਰੇਨ शीतल ਨੂੰ ਕਹਿੰਦਾ है, ऐसा क्या देख रही हो? मैंने कुछ गलत बोल दिया क्या? दादा, आप अच्छी तरह जानते हो वो कैसे हालत में जूझ रही है, और आपको? मुझे लगा ऐसे उसे कमाई भी होगी और उसका दिल भी लगा रहेगा। बाकी तुम्हारी मर्जी, मैंने तो उसके भले के लिए बोला था। ਵੀਰੇਨ ਇੰਨਾ ਆਖਦਾ ਹੋਇਆ ਚਾਹ ਪੀਂਦਾ ਹੈ ਤੇ ਇਸ਼ਾਰੇ ਨਾਲ ਸੌਰਵ ਤੇ ਸ਼ੀਤਲ ਨੂੰ ਵੀ ਕਹਿੰਦਾ ਹੈ ਚਾਹ ਪੀਣ ਵਾਸਤੇ, ਤੇ ਹੌਲੀ-ਹੌਲੀ ਬੋਲਦਾ ਹੈ, ਬਹੁਤ ਅੱਛੀ ਚਾਹ ਹੈ। ਸ਼ਾਮ ਪਈ ਤੇ ਦੋਵੇਂ ਇਕੱਠੀਆਂ ਆਪਣੇ ਘਰ ਨੂੰ ਵਾਪਸ ਤੁਰ ਪੈਂਦੀਆਂ ਨੇ ਤੇ ਰਸਤੇ ਵਿੱਚ ਜਾਂਦੇ ਹੋਏ ਕਰਨ ਨੂੰ ਵੀ ਲੈ ਗਈਆਂ। ਘਰ ਆ ਕੇ ਸ਼ੀਤਲ ਨੇ ਪਾਸ਼ੋ ਦੀ ਚੁੱਪ ਨੂੰ ਸਮਝਦੇ ਹੋਏ ਕੁਛ ਨਾ ਕਿਹਾ ਤੇ ਰਾਤ ਦੀ ਖਾਣੇ ਦੀ ਤਿਆਰੀ 'ਚ ਰੁੱਝ ਗਈ। ਸ਼ੇਖਰ ਦੇ ਕੰਮ ਤੋਂ ਵਾਪਸ ਆਇਆ ਤੇ ਉਸਨੇ ਦੱਸਿਆ ਕਿ ਉਸਦਾ ਇੱਕ ਦੋਸਤ ਘਰ ਆ ਰਿਹਾ ਹੈ
ਮਿਲਣ ਵਾਸਤੇ ਤੇ ਰਾਤ ਖਾਣਾ ਵੀ ਉਹਦੇ ਨਾਲ ਹੀ ਖਾਵਾਂਗੇ। ਜਿਵੇਂ ਹੀ ਸ਼ੇਖਰ ਦਾ ਦੋਸਤ ਤੇ ਉਸਦੀ ਘਰ ਵਾਲੀ ਆਉਂਦੇ ਨੇ, ਸ਼ੀਤਲ ਤੇ ਪਾਸ਼ੋ ਨੇ ਸਭ ਦੇ ਖਾਣੇ ਵਾਸਤੇ ਖਾਣਾ ਟੇਬਲ ਤੇ ਲਗਾ ਦਿੱਤਾ। ਸ਼ੇਖਰ ਦਾ ਦੋਸਤ ਬਾਰ-ਬਾਰ ਅੱਖ ਬਚਾ ਕੇ ਪਾਸ਼ੋ ਵੱਲ ਵੇਖ ਰਿਹਾ ਸੀ। ਉਹ ਜਦ ਵੀ ਕੁਝ ਰੱਖਣ ਵਾਸਤੇ ਕੋਲ ਆਉਂਦੀ ਤਾਂ ਉਹ ਉਸਨੂੰ ਛੂਹਣ ਦੀ ਕੋਸ਼ਿਸ਼ ਕਰਦਾ। ਪਾਸ਼ੋ ਨੇ ਉਸਦੀਆਂ ਹਰਕਤਾਂ ਨੂੰ ਭਾਵ ਵੀ ਲਿਆ ਸੀ ਤੇ ਵਿਰੋਧ ਵੀ ਕਰਨਾ ਚਾਹਿਆ ਸੀ, ਪਰ ਫਿਰ ਕਰਨ ਦਾ ਖਿਆਲ ਆ ਗਿਆ ਕਿ ਜੇਕਰ ਸ਼ੇਖਰ ਨੇ ਆਪਣੇ ਦੋਸਤ ਦੀ ਹਰਕਤ ਦਾ ਯਕੀਨ ਨਾ ਕੀਤਾ ਤਾਂ ਉਸਨੂੰ ਤੇ ਕਰਨ ਨੂੰ ਘਰੋਂ ਕੱਢ ਦੇਣਗੇ। ਫਿਰ ਇਹੋ ਜਿਹੇ ਸਮੇਂ 'ਚ ਉਹ ਇਕੱਲੀ ਕਿੱਥੇ ਜਾਵੇਗੀ। ਪਰ ਇਸ ਵਾਰ ਪਾਸ਼ੋ ਨੇ ਆਪ ਕੁਝ ਖਾਣ ਵਾਸਤੇ ਦੇਣ ਦੀ ਬਜਾਏ ਸ਼ੀਤਲ ਨੂੰ ਕਹਿ ਦਿੱਤਾ ਤੇ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗ ਪਈ। ਹੋਰ ਥੋੜਾ ਸਮਾਂ ਰੁਕਣ ਤੋਂ ਬਾਅਦ ਸ਼ੇਖਰ ਦਾ ਦੋਸਤ ਤੇ ਉਸਦੀ ਘਰਵਾਲੀ ਉੱਥੋਂ ਚਲੇ ਗਏ, ਪਰ ਹੁਣ ਇਹ ਸਿਲਸਿਲਾ ਹਰ ਹਫ਼ਤੇ 15 ਦਿਨ ਬਾਅਦ ਹੁੰਦਾ। ਸ਼ੇਖਰ ਤੇ ਸ਼ੀਤਲ ਕਦੇ ਉਹਨਾਂ ਦੇ ਘਰ ਪਾਰਟੀ ਕਰਨ ਚਲੇ ਜਾਂਦੇ ਜਾਂ ਕਦੇ ਉਹ ਫਿਰ ਤੋਂ ਆ ਜਾਂਦੇ। ਇਸ ਵਾਰ ਪਾਸ਼ੋ ਨੇ ਆਪਣੇ ਬਿਮਾਰ ਹੋਣ ਦਾ ਬਹਾਨਾ ਲਗਾ ਦਿੱਤਾ ਤੇ ਉਹ ਕਰਨ ਨੂੰ ਲੈ ਕੇ ਆਪਣੇ ਕਮਰੇ ਵਿੱਚ ਹੀ ਬੰਦ ਹੋ ਗਈ। ਫਿਰ ਵੀ ਕਿੰਨੇ ਦਿਨ ਬੰਦ ਹੁੰਦੀ, ਸਮਾਜ ਦੀਆਂ ਨਜ਼ਰਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਣਾ ਸੀ। ਸ਼ਾਇਦ ਸ਼ੇਖਰ ਨੇ ਆਪਣੇ ਦੋਸਤ ਨੂੰ ਵੀ ਪਾਸ਼ੋ ਦੀ ਨਿੱਜੀ ਜ਼ਿੰਦਗੀ ਬਾਰੇ ਦੱਸ ਦਿੱਤਾ ਸੀ। ਇਹੀ ਵਜ੍ਹਾ ਸੀ ਕਿ ਉਸਦਾ ਦੋਸਤ ਇਸ ਤਰ੍ਹਾਂ ਦੀ ਹਰਕਤ ਕਰ ਰਿਹਾ ਸੀ। ਉਹਨਾਂ ਦੇ ਜਾਣ ਤੋਂ ਬਾਅਦ ਸ਼ੀਤਲ ਪਾਸ਼ੋ ਨੂੰ ਖਾਣਾ ਖਾਣ ਲਈ ਬੁਲਾਉਣ ਆਉਂਦੀ ਆ ਤਾਂ ਪਾਸ਼ੋ ਕਹਿ ਦਿੰਦੀ ਹੈ ਕਿ ਉਸਨੂੰ ਭੁੱਖ ਨਹੀਂ ਹੈ। ਸਵੇਰ ਹੋਈ ਤੇ ਜਦ ਪਾਸ਼ੋ ਨਾ ਉੱਠ ਕੇ ਹੇਠਾਂ ਆਈ ਤਾਂ ਸ਼ੇਖਰ ਦੇ ਜਾਣ ਤੋਂ ਬਾਅਦ ਸ਼ੀਤਲਾ ਪਾਸ਼ੋ ਨੂੰ ਵੇਖਣ ਜਾਂਦੀ ਆ। ਪਾਸ਼ੋ ਪਾਸ਼ੋ ਸ਼ੀਤਲ ਦਰਵਾਜ਼ਾ ਖੜਕੜਾਉਂਦੇ ਹੋਏ ਆਵਾਜ਼ ਦਿੰਦੀ ਆ। ਪਾਸ਼ੋ ਨੇ ਦਰਵਾਜ਼ਾ ਖੋਲ੍ਹਿਆ ਤਾਂ ਸ਼ੀਤਲ ਨੇ ਉਸਨੂੰ ਰਾਤ ਉਹਨਾਂ ਸਾਰਿਆਂ ਦੇ ਨਾਲ ਬੈਠ ਕੇ ਡਿਨਰ ਨਾ ਕਰਨ ਦਾ ਕਾਰਨ ਜਾਣਨਾ ਚਾਹਿਆ। ਪਹਿਲਾਂ ਤਾਂ ਪਾਸ਼ੋ ਨੇ ਟਾਲ ਮਟੋਲ ਕੀਤੀ, ਪਰ ਫਿਰ ਇਹ ਸੋਚ ਕੇ ਸਭ ਕੁਝ ਦੱਸ ਦਿੱਤਾ ਕਿ ਸ਼ੀਤਲ ਉਸਦੀ ਦੋਸਤ ਹੈ ਤਾਂ ਸ਼ਾਇਦ ਉਸਦੀ ਇਸ 'ਚ ਮਦਦ ਕਰੇਗੀ। ਸ਼ੀਤਲ ਵੀ ਉਸ ਆਦਮੀ ਬਾਰੇ ਪਹਿਲਾਂ ਤੋਂ ਹੀ ਜਾਣਦੀ ਸੀ, ਸੋ ਉਸਨੇ ਪਾਸ਼ੋ ਨੂੰ ਯਕੀਨ ਦਿਵਾਇਆ ਕਿ ਉਹ ਸ਼ੇਖਰ ਨਾਲ ਉਸ ਆਦਮੀ ਦੇ ਬਾਰੇ 'ਚ ਗੱਲ ਕਰੇਗੀ। ਪਾਸ਼ੋ ਨੂੰ ਇਹ ਸਭ ਸੁਣ ਕੇ ਥੋੜਾ ਸਕੂਨ ਮਿਲਿਆ ਤੇ ਉਸਦੀ ਸਹੇਲੀ ਨੇ ਉਸਦਾ ਯਕੀਨ ਕੀਤਾ। ਸ਼ੀਤਲ ਪਾਸ਼ੋ ਦਾ ਹੱਥ ਫੜਦੇ ਹੋਏ ਕਹਿੰਦੀ ਆ, ਚੱਲ ਹੁਣ ਆ ਜਾ, ਨਾਲੇ ਕਰਨ ਨੂੰ ਲੈ ਆ, ਸਕੂਲ ਲਈ ਦੇਰ ਹੋ ਰਹੀ ਏ। ਮੈਂ ਇੱਕ ਗੱਲ ਹੋਰ ਆਖਣੀ ਸੀ ਸ਼ੀਤਲ। ਪਾਸ਼ੋ, ਹਾਂ ਹਾਂ ਬੋਲ, ਕੀ ਗੱਲ ਏ। ਸ਼ੀਤਲ, ਮੈਂ ਆਪਣੀ ਲਵ ਸਟੋਰੀ ਲਿਖਣ ਦਾ ਫੈਸਲਾ ਕਰ ਲਿਆ ਏ। ਸੱਚੀ? ਮੈਂ ਕੋਈ ਸੁਪਨਾ ਤੇ ਨਹੀਂ ਵੇਖ ਰਹੀ। ਪਾਸ਼ੋ ਦੇ ਚਿਹਰੇ ਨੂੰ ਹੱਥ ਲਗਾਉਂਦੇ ਹੋਏ ਸ਼ੀਤਲ ਬੋਲੀ, ਨਹੀਂ, ਇਹ ਸਭ ਕੁਝ ਸੱਚ ਆ। ਮੈਂ ਲਿਖਾਂਗੀ ਸ਼ੁਰੂ ਤੋਂ ਲੈ ਕੇ ਅੰਤ ਤੱਕ, ਜਿੰਦਰ ਦਾ ਆਉਣਾ ਤੇ ਜਾਣਾ, ਉਸੇ ਛੱਡ ਜਾਣ ਤੋਂ ਬਾਅਦ ਮੈਂ ਕੀ ਸਹਿਆ ਉਹ ਸਭ ਕੁਝ ਲਿਖਾਂਗੀ। ਆਪਣੇ ਦਰਦ ਨੂੰ ਮੈਂ ਬੋਲ ਕੇ ਭਾਵੇਂ ਨਾ ਬਿਆਨ ਕਰ ਸਕਾਂ, ਪਰ ਲਿਖ ਕੇ ਤਾਂ ਕਰ ਸਕਦੀ ਹਾਂ। ਪਾਸ਼ੋ ਸ਼ੀਤਲ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਸਦੇ ਜਵਾਬ ਦਾ ਇੰਤਜ਼ਾਰ ਕਰਦੀ ਆ, ਜਿਵੇਂ ਕਹਿ ਰਹੀ ਹੋਵੇ ਤੂੰ ਹੀ ਤੇ ਮੇਰਾ ਹਰ ਪਲ ਸਹਾਰਾ ਬਣੀ ਰਹੀ, ਨਹੀਂ ਤੇ ਮੈਂ ਕਿਵੇਂ ਕੁਝ ਕਰ ਸਕਦੀ ਸੀ। ਹਾਂ, ਤੂੰ ਲਿਖ ਸਕਦੀ ਏ। ਇਸ ਵਾਰ ਸ਼ੀਤਲ ਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਉਹ ਪਾਸ਼ੋ ਨੂੰ ਗਲਵੱਕੜੀ 'ਚ ਲੈ ਲੈਂਦੀ ਹੈ। ਪਾਸ਼ੋ ਦਾ ਸਰੀਰ ਬੁਖਾਰ ਨਾਲ ਤਪ ਰਿਹਾ ਸੀ। ਸ਼ੀਤਲ ਉਸ ਤੋਂ ਦੂਰ ਹਟਦੇ ਹੀ ਬੋਲੇ, ਪਰ ਸਭ ਤੋਂ ਪਹਿਲਾਂ ਸਾਡੇ ਸਭ ਦੇ ਹਰਮਨ ਪਿਆਰੇ ਲੇਖਕ ਸਾਹਿਬ ਨੂੰ ਡਾਕਟਰ ਕੋਲ ਲੈ ਕੇ ਜਾਣਾ ਪਵੇਗਾ। ਪਾਸ਼ੋ ਮਨਾ ਕਰਦੀ ਆ, ਪਰ ਸ਼ੀਤਲ ਉਸਦੀ ਇੱਕ ਨਹੀਂ ਸੁਣਦੀ। ਦੋਵੇਂ ਸਹੇਲੀਆਂ ਨਾਸ਼ਤਾ ਕਰਕੇ ਤਿਆਰ ਹੋ ਜਾਂਦੀਆਂ ਨੇ। ਪਹਿਲਾਂ ਕਰਨ ਨੂੰ ਸਕੂਲ ਛੱਡਣ ਲਈ ਗਈਆਂ ਤੇ ਬਾਅਦ 'ਚ ਡਾਕਟਰ ਤੋਂ ਦਵਾਈ ਲੈਣ ਵਾਸਤੇ ਪਹੁੰਚ ਗਈਆਂ। ਉਸ ਤੋਂ ਬਾਅਦ ਪਾਸ਼ੋ ਆਪਣੇ ਕੰਮ 'ਤੇ ਚਲੀ ਗਈ ਤੇ ਸ਼ੀਤਲ ਆਪਣੇ ਕਾਲਜ ਨੂੰ। ਇਸ ਵਾਰ ਸ਼ੀਤਲ ਦਾ ਆਖਰੀ ਸਾਲ ਸੀ ਕਾਲਜ ਵਿੱਚ। 2 ਹਫ਼ਤੇ ਬਾਅਦ ਸ਼ੀਤਲ ਦੇ ਪੇਪਰ ਸ਼ੁਰੂ ਹੋ ਜਾਣੇ ਸੀ ਤੇ ਉਸਨੇ ਫਿਰ ਪੂਰਾ ਸਮਾਂ ਮੈਗਜ਼ੀਨ ਨੂੰ ਦੇਣਾ ਸੀ। ਪਾਸ਼ੋ ਵੀ ਆਪਣੇ ਕੰਮ ਪ੍ਰਤੀ ਸਮਰਪਿਤ ਸੀ। ਉਸਨੇ ਵੀਰੇਨ ਚੰਦਰ ਨੂੰ ਆਪਣੀ ਲਵ ਸਟੋਰੀ ਲਿਖਣ ਦੇ ਬਾਰੇ 'ਚ ਦੱਸਿਆ ਤਾਂ ਉਹ ਬਹੁਤ ਖੁਸ਼ ਹੋਇਆ। ਹੁਣ ਪਾਸ਼ੋ ਵੀ ਇਕੱਲੀ ਚਾਹ ਬਣਾਉਣ ਲਈ ਨਹੀਂ ਸੀ, ਉਹ ਵੀ ਹਰ ਕੰਮ ਵਿੱਚ ਪੂਰਾ ਯੋਗਦਾਨ ਦਿੰਦੀ ਸੀ। ਜਾਣੀ ਉਹ ਵੀ ਸ਼ੀਤਲ ਤੇ ਸ਼ੌਰਵ ਦੀ ਤਰ੍ਹਾਂ ਇੱਕ ਵਰਕਰ ਬਣ ਗਈ ਸੀ। ਇਹ ਸਭ ਤੋਂ ਵੀਰੇਨ ਚੰਦਰ ਬਹੁਤ ਖੁਸ਼ ਸੀ, ਕਿਉਂਕਿ ਉਸਦੀ ਕਹਾਣੀ ਨਾਲ ਉਸਦਾ ਆਪਣਾ ਮੈਗਜ਼ੀਨ ਕਾਫੀ ਹੱਦ ਤੱਕ ਲੋਕਾਂ ਵਿੱਚ ਪਸੰਦ ਹੋਣ ਵਾਲਾ ਸੀ। ਇੱਕ ਸੱਚੀ ਕਹਾਣੀ ਨੂੰ ਭਲਾ ਕੌਣ ਨਹੀਂ ਪੜ੍ਹਨਾ ਸੁਣਨਾ ਚਾਹੁੰਦਾ ਹੁੰਦਾ ਹੈ। ਇਸ ਸਭ ਤੋਂ ਵੀਰੇਨ ਚੰਦਰ ਬਹੁਤ ਖੁਸ਼ ਸੀ, ਕਿਉਂਕਿ ਉਸਦੀ ਆਪਣੀ ਕਹਾਣੀ ਨਾਲ ਉਸਦਾ ਮੈਗਜ਼ੀਨ ਕਾਫੀ ਹੱਦ ਤੱਕ ਲੋਕਾਂ ਵਿੱਚ ਪਸੰਦ ਹੋਣ ਵਾਲਾ ਸੀ। ਘਰ ਆਉਂਦੇ ਹੀ ਸ਼ੀਤਲ ਨੇ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ। ਜੋ ਸ਼ੀਤਲ ਸ਼ਾਮ ਪਈ ਤੇ ਕੰਮ ਤੋਂ ਵਾਪਸੀ ਦੌਰਾਨ ਆਪਣੀ ਮਾਂ ਤੋਂ ਟਿਫਨ ਭਰਵਾ ਲੈ ਆਉਂਦੀ ਸੀ, ਹੁਣ ਉਹ ਪਾਸ਼ੋ ਦੇ ਨਾਲ ਰਹਿਣ ਨਾਲ ਆਪਣੇ ਹੱਥੀਂ ਸਾਰਾ ਕੁਝ ਬਣਾਉਣਾ ਪਸੰਦ ਕਰਨ ਲੱਗ ਪਈ ਸੀ। ਆਪਣਾ ਖਾਣਾ ਬਣਾਉਣ ਦਾ ਕੰਮ ਖਤਮ ਕਰਕੇ ਸ਼ੀਤਲ ਪਾਸ਼ੋ ਦੇ ਕਮਰੇ ਵਿੱਚ ਉੱਪਰ ਚਲੀ ਜਾਂਦੀ ਹੈ। ਕਮਰੇ ਵਿੱਚ ਵਿਖਰੇ ਹੋਏ ਕਾਗਜ਼ਾਤ ਇਹ ਸਬੂਤ ਦੇ ਰਹੇ ਸੀ ਕਿ ਪਾਸ਼ੋ ਨੇ ਆਪਣੇ ਆਪ ਨੂੰ ਤੇ ਜਿੰਦਰ ਨੂੰ ਇਹਨਾਂ ਕਾਗਜ਼ਾਂ ਦੇ ਟੁਕੜਿਆਂ 'ਤੇ ਉਤਾਰਨਾ ਤਾਂ ਚਾਹਿਆ, ਪਰ ਕਾਮਯਾਬ ਨਹੀਂ ਸੀ ਹੋ ਪਾਈ। ਕੀ ਹੋਇਆ? ਲੱਗਦਾ ਇਹਨਾਂ ਕਾਗਜ਼ਾਂ ਵਿੱਚ ਹੀ ਕਮੀ ਏ, ਜੋ ਤੇਰੇ ਪਿਆਰ ਦਾ ਬੋਝ ਨਹੀਂ ਸਾਂਭ ਰਹੇ। ਪਤਾ ਨਹੀਂ ਮੇਰੇ ਵਿੱਚ ਹੀ ਕਮੀ ਏ, ਕੁਝ ਲਿਖ ਹੀ ਨਹੀਂ ਹੋ ਰਿਹਾ। ਪਾਸ਼ੋ ਉਦਾਸ ਹੁੰਦੇ ਹੋਏ ਕਹਿੰਦੀ ਹੈ, ਤੂੰ ਲਿਖ ਲਵੇਂਗੀ, ਮੈਨੂੰ ਪੂਰਾ ਯਕੀਨ ਏ, ਪਰ ਪਹਿਲਾਂ ਤੂੰ ਜਾ ਕੇ ਨਹਾ ਲੈ ਤੇ ਮੈਂ ਕਰਨ ਨੂੰ ਰੋਟੀ ਖਿਲਾਉਂਦੀ ਹਾਂ। ਸ਼ੀਤਲ ਕਰਨ ਨੂੰ ਆਪਣੇ ਨਾਲ ਆਪਣੀ ਰਸੋਈ 'ਚ ਲੈ ਆਉਂਦੀ ਆ ਤੇ ਉਸਨੂੰ ਰੋਟੀ ਖਿਲਾਉਣ ਲੱਗਦੀ ਆ। ਸ਼ੇਖਰ ਵੀ ਆ ਜਾਂਦਾ ਹੈ ਤੇ ਸ਼ੀਤਲ ਨੂੰ ਹਮੇਸ਼ਾ ਦੀ ਤਰ੍ਹਾਂ ਪਾਸ਼ੋ ਦੇ ਬੇਟੇ ਕਰਨ ਨਾਲ ਖੇਡਦੇ ਦੇਖ ਕੇ ਕਹਿੰਦਾ है, लगता अब हमें भी कुछ सोचना चाहिए इस बारे में। ओह, तो आपको भी याद आ गई इसकी। शेखर शीतल ਨੂੰ ਘੁੱਟ ਕੇ ਜੱਫੀ 'ਚ ਲੈਂਦਾ ਹੈ। ਕਰਨ ਨੂੰ ਰੋਟੀ ਖਿਲਾਉਂਦੀ ਹੋਈ ਸ਼ੀਤਲ ਨੇ
ਇੱਕ ਬੁਰਕੀ ਤੋੜ ਕੇ ਸ਼ੇਖਰ ਦੇ ਵੀ ਮੂੰਹ ਵਿੱਚ ਪਾ ਦਿੱਤੀ ਤੇ ਖੁਸ਼ੀ 'ਚ ਬੋਲਿਆ, क्या बात, आज तो बहुत ही स्वादिष्ट दाल बनाई है, लगता है पाशो का असर है। ते दोवें हसन लगते ने। जाओ तुम पहले नहा लो, कपड़े बदल लो, मुझे तुमसे एक बात करनी है। ठीक है, आखदा होया शेखर नहा के कपड़े बदल लैंदा है ਤੇ ਪਾਸ਼ੋ ਵੀ ਨਹਾ ਕੇ ਹੇਠਾਂ ਆ ਜਾਂਦੀ ਹੈ ਤੇ ਸ਼ੀਤਲ ਨੂੰ ਕਰਨ ਨਾਲ ਖੇਡਦੇ ਵੇਖ ਕੇ ਬਹੁਤ ਖੁਸ਼ ਹੋ ਜਾਂਦੀ ਹੈ। ਕਰਨ ਖਾਣਾ ਖਾ ਚੁੱਕਾ ਸੀ। ਖੇਡਦੇ ਸਮੇਂ ਉਵਾਸੀਆਂ ਲੈ ਰਿਹਾ ਸੀ। ਪਾਸ਼ੋ ਉਸ ਨੂੰ ਸੁਲਾਉਣ ਵਾਸਤੇ ਫਿਰ ਤੋਂ ਕਮਰੇ ਵਿੱਚ ਲੈ ਜਾਂਦੀ ਹੈ। ਸ਼ੀਤਲ ਸ਼ੇਖਰ ਲਈ ਖਾਣੇ ਦੀ ਪਲੇਟ ਲਗਾਉਂਦੀ ਹੈ। शेखर खाना खान लगता तो शीतल उसके नाल पाशो के बारे गल करती है। मुझे तुमसे कोई ज़रूरी बात करनी है शेखर। बोलो बोलो, मैं सुन रहा हूँ। शेखर रोटी की बुरकी शीतल के मुँह च पाँदे हुए कहता है, तुम्हारे उस दोस्त के बारे में, वो जो कल रात आए थे। शीतल अपने मुँह विचली बुरकी नूं अंदर लगाते हुए आखती है, अब उसके बारे में क्या बात करनी है। वो और मैं दोनों बैंक में मिले और दोस्ती होगी। पिछले 3 साल से हम एक दूसरे को जानते हैं। शेखर बिना शीतल का सवाल जाने अपनी दोस्ती के गुणगान करन लगता है। मुझे जो पाशो ने बताया है उसके बारे में करनी है। शीतल के मूँहों पाशो का नाम सुन के शेखर चुप जिहा हो गया तो शीतल ने सारी गल दसी कि शेखर का दोस्त पाशो की माड़ी नज़र रखता है। शेखर गल सुन के हाँ हाँ करता रहता है। उसनूं उम्मीद नहीं सी पाशो शीतल नूं सब कुछ दसेगी तो अखीर बोलिया, देखो शीतल, अब अगर जिंदर पाशो को छोड़ गया है तो कब तक हम उसे अपने घर में रखेंगे। उसे एक दिन तो अपने लिए कुछ सोचना ही होगा। मतलब क्या है तुम्हारा? तुमने अपने दोस्त से इस बारे में बोला था? नहीं नहीं, मैं क्यों बोलूँगा, ये तो उसने देखा और पाशो के बारे में पूछा तो मैंने बता दिया। सच तो ये है इसने पसंद करने लगा है। क्या तुम पागल हो, वो शादीशुदा है। शीतल गुस्से च शेखर नूं आख दिया, उसे मैंने सब बता दिया। उसकी शादी को 8 वर्ष हो गए थे, कोई बच्चा नहीं है उसे। बस पाशो की और उसके बच्चे के घर मिल जाएगा रहने को और उसे एक बच्चा। शेखर, उसकी बीवी के बारे में तो तुम सोचो। शीतल, क्या बच्चा ना होने का कारण दोनों में बनती नहीं है? जल्दी ही तलाक ले रहे हैं दोनों। इन्ना आखदा होया शेखर खाना खा टेबल तो उठ खड़दा है ते घर तो बाहर सैर करने चला जाता है। शीतल शेखर दीयां कईयां होईयां गल्लां बारे सोचण लगदी आ ਤਾਂ ਪਾਸ਼ੋ ਆ ਕੇ ਉਸਨੂੰ ਰੋਟੀ ਵਾਲੀ ਪਲੇਟ ਫੜਾਉਂਦੀ ਆ। ਮੈਂ ਆਪਣੇ ਆਪ ਪਾ ਲੈਣੀ ਸੀ ਰੋਟੀ, ਤੂੰ ਕਿਉਂ ਖੇਚਲ ਕੀਤੀ? ਤੂੰ ਮੇਰੇ ਲਈ ਇੰਨਾ ਕੁਝ ਕਰ ਰਹੀ ਹੈ, ਮੈਂ ਇੱਕ ਥਾਲੀ ਵੀ ਨਹੀਂ ਤਿਆਰ ਕਰ ਸਕਦੀ। ਪਾਸ਼ੋ ਕਹਿੰਦੀ ਆ। ਸ਼ੀਤਲ ਦੇ ਮਨ 'ਚ ਬਹੁਤ ਸਵਾਲ ਆ ਜਾ ਰਹੇ ਸੀ। ਇੱਕ ਗੱਲੋਂ ਉਸਨੂੰ ਸ਼ੇਖਰ ਦਾ ਸੁਝਾਅ ਸਹੀ ਵੀ ਲੱਗਿਆ, ਪਰ ਕੀ ਪਾਸ਼ੋ ਨੂੰ ਇਹ ਸਭ ਸਹੀ ਲੱਗੇਗਾ? ਕੀ ਸੋਚ ਰਹੀ ਏ? ਖਾ ਕਿਉਂ ਨਹੀਂ ਰਹੀ? ਪਾਸ਼ੋ ਰੋਟੀ ਰੱਖਦੇ ਹੋਏ ਆਖਦੀ ਆ। ਸ਼ੀਤਲ ਕੁਝ ਲੁਕਾਉਣਾ ਨਹੀਂ ਸੀ ਚਾਹੁੰਦੀ ਤਾਂ ਉਸਨੇ ਸਭ ਕੁਝ ਦੱਸ ਦਿੱਤਾ। पाशो कुछ ना बोली। रोटी खाधी, भांडे साफ किए तो दोबारा तो अपने बेटे करण कोल चली गई। शीतल दीयां गल्लां सुनने तो बाद पाशो अपने बेटे करण कोल आ गई तो चुपचाप पै के सोचण लग पई कि समाज एक औरत नूं इकल्ली वेख के क्यों निगलण लई तैयार हो जाता है। क्यों मेरे प्यार नूं जिंदर ना समझ सकिया। वो जिउंदा भी सी जां कोई अनहोनी वापर गई सी। पर मैनूं की, जद उसनूं नहीं मेरा ते अपने बेटे दा फिकर तां मैं क्यों करां। पाशो अपने बुल्लां 'ਚ बड़बड़ाई ते उठ के फिर कागज़ कलम लैके बैठ गई। पता नहीं किन्नी देर तक वो कागज़ां दे उत्ते अपने जज्बातां नूं वाउंदी रही। अख तक नहीं सी झपक रही, बस एक तो बाद एक पन्ना भर रही सी। अचानक शीतल दी नींद खुली तां ओह पानी पीण लई रसोई विच आ गई। पानी पी के बाहर विहड़े विच टहलण लग पई ते सोचां दे सागर 'ਚ गोते लगाउण लग पई कि पाशो ਲਈ रिश्ता ठीक भी है। जो आदमी खुद ही एक औरत नूं गलत तरीके नाल छाउण दी कोशिश कर रहा सी, वो अपनी निजी जिंदगी विच किन्ना क सही हो सकदा है। शीतल सोचते हुए उपर पाशो के कमरे वल वेखण लगदी आ ते जगदी हुई बल्ब वेख के हैरान हो जाती आ कि पाशो अजे तक सोई नहीं सी। शीतल ना चाहुंदे हुए भी पाशो के कमरे वल नूं वधण लगी हुई सी। उसके कदम उसके साहां दा साथ छड्ड रहे सी। अपणियां शाम वालियां गल्लां बारे सोचते हुए घबराई हुई शीतल पाशो के कमरे। धन्नवाद जी। बाकी कल की वीडियो जारी रखांगे जी। वीडियो कल सवेरे 9:30 बजे अपलोड की जाएगी। बने रहो चैनल के नाल। धन्नवाद जी।